Hello students, it's Vijay from Jagrao. Welcome to EduDesk. ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪ੍ਰੈਸਕ੍ਰਾਈਬ ਕੀਤੀ 10ਵੀਂ ਕਲਾਸ ਦੀ ਇੰਗਲਿਸ਼ ਵਿਸ਼ੇ ਦੀ ਮੇਨ ਕੋਰਸ ਬੁੱਕ ਦਾ ਪਹਿਲਾ ਲੈਸਨ ਕਰਾਂਗੇ, ਜਿਸ ਦਾ ਟਾਈਟਲ ਹੈ ਦ ਹੈਪੀ ਪ੍ਰਿੰਸ। ਅੱਜ ਦੀ ਵੀਡੀਓ ਵਿੱਚ ਅਸੀਂ ਕੇਵਲ ਇਸ ਦਾ ਫਸਟ ਪਾਰਟ ਹੀ ਕਰਾਂਗੇ, ਤਾਂ ਆਓ ਸ਼ੁਰੂ ਕਰਦੇ ਹਾਂ। Subscribe this channel and press the bell icon to get the latest updates. The Happy Prince, खुश राजकुमार। The Happy Prince was a beautiful statue. खुश राजकुमार एक सुंदर बुੱਤ ਸੀ। He was covered with gold. ਉਹ ਸੋਨੇ ਨਾਲ ਟਕਿਆ ਹੋਇਆ ਸੀ। He had sapphires for eyes and a ruby in his sword. ਉਸ ਦੀਆਂ ਅੱਖਾਂ ਲਈ ਨੀਲਮ ਅਤੇ ਤਲਵਾਰ ਵਿੱਚ ਹੀਰਾ ਜੜਿਆ ਹੋਇਆ ਸੀ। Why did he want to part with all the gold and the precious stones that he had? ਉਹ ਆਪਣੇ ਉੱਪਰ ਜੜੇ ਹੋਏ ਕੀਮਤੀ ਪੱਥਰਾਂ ਅਤੇ ਸੋਨੇ ਤੋਂ ਕਿਉਂ ਆਜ਼ਾਦੀ ਚਾਹੁੰਦਾ ਸੀ? ਇਹ ਸੀ ਇਸ ਲੈਸਨ ਦਾ ਮੁੱਖ ਬੰਦ, ਤੇ ਅੱਗੇ ਸਟੱਡੀ ਕਰਦੇ ਹਾਂ। High above the city, on a tall column, stood the statue of the Happy Prince. ਸ਼ਹਿਰ ਵਿੱਚ ਇੱਕ ਉੱਚੇ ਥੰਮ ਦੇ ਉੱਪਰ ਉਸ ਖੁਸ਼ ਰਾਜਕੁਮਾਰ ਦਾ ਇੱਕ ਬੁੱਤ ਖੜਾ ਕੀਤਾ ਹੋਇਆ ਸੀ। He was gilded all over with thin leaves of fine gold. ਉਹ ਪੂਰਾ ਹੀ ਸੋਨੇ ਦੇ ਬਰੀਕ ਪੱਤਿਆਂ ਨਾਲ ਢਕਿਆ ਹੋਇਆ ਸੀ। For eyes he had two bright sapphires. ਉਸ ਦੀਆਂ ਅੱਖਾਂ ਦੇ ਲਈ ਦੋ ਚਮਕਦਾਰ ਨੀਲਮ ਲੱਗੇ ਹੋਏ ਸਨ। And a large red ruby glowed on his sword hilt. ਅਤੇ ਉਸ ਦੀ ਤਲਵਾਰ ਦੇ ਮੁੱਠੇ ਦੇ ਵਿੱਚ ਇੱਕ ਵੱਡਾ ਲਾਲ ਹੀਰਾ ਚਮਕ ਰਿਹਾ ਸੀ। One night there flew over the city a little swallow. ਇੱਕ ਰਾਤ ਉਸ ਸ਼ਹਿਰ ਦੇ ਉੱਪਰ ਦੀ ਇੱਕ ਛੋਟਾ ਪੰਛੀ ਅਬਾਬੀਲ ਉੜਦਾ ਹੋਇਆ ਆਇਆ। His friends had gone away to Egypt 6 weeks before, but he had stayed behind. Then he decided to go to Egypt too. ਉਸ ਦੇ ਜਿਹੜੇ ਮਿੱਤਰ ਸਨ ਉਹ 6 ਹਫ਼ਤੇ ਪਹਿਲਾਂ ਹੀ ਮਿਸਰ ਚਲੇ ਗਏ ਸਨ ਅਤੇ ਉਹ ਪਿੱਛੇ ਰਹਿ ਗਿਆ ਸੀ। ਫਿਰ ਉਸਨੇ ਵੀ ਮਿਸਰ ਜਾਣ ਦਾ ਵਿਚਾਰ ਕੀਤਾ। All day long he flew, and at night time he arrived at the city. ਉਹ ਸਾਰਾ ਦਿਨ ਉੜਦਾ ਰਿਹਾ ਅਤੇ ਸ਼ਾਮ ਦੇ ਸਮੇਂ ਉਸ ਸ਼ਹਿਰ ਵਿੱਚ ਆ ਗਿਆ। Where shall I put up? He said. I hope the town has made preparations. ਮੈਨੂੰ ਉਮੀਦ ਹੈ ਕਿ ਇਸ ਸ਼ਹਿਰ ਨੇ ਮੇਰੇ ਇੱਥੇ ਰਹਿਣ ਵਾਸਤੇ ਤਿਆਰੀਆਂ ਕਰ ਲਈਆਂ ਹਨ। Then he saw the statue on the tall column. ਫਿਰ ਉਸਨੇ ਇੱਕ ਉੱਚੇ ਥੰਮ ਦੇ ਉੱਪਰ ਉਸ ਖੜੇ ਹੋਏ ਬੁੱਤ ਨੂੰ ਦੇਖਿਆ। I will put up there, he cried. It's a fine position with plenty of fresh air. So he alighted just between the feet of the Happy Prince. ਕਹਿੰਦਾ ਮੈਂ ਉੱਥੇ ਠਹਿਰਾਂਗਾ, ਉਸਨੇ ਉੱਚੀ ਆਵਾਜ਼ ਵਿੱਚ ਕਿਹਾ। ਇੱਕ ਵਧੀਆ ਥਾਂ ਹੈ ਜਿੱਥੇ ਤਾਜ਼ੀ ਹਵਾ ਆ ਰਹੀ ਹੈ। ਇਸ ਲਈ ਉਹ ਖੁਸ਼ ਰਾਜਕੁਮਾਰ ਦੇ ਪੈਰਾਂ ਦੇ ਵਿੱਚ ਉਤਰ ਆਇਆ। I have a golden bedroom, he said softly to himself as he looked around, and he prepared to go to sleep. But just as he was putting his head under his wing, a large drop of water fell on him. ਕਹਿੰਦਾ ਮੈਨੂੰ ਇੱਕ ਸੁਨਹਿਰਾ ਸੋਨੇ ਦਾ ਕਮਰਾ ਮਿਲ ਗਿਆ ਹੈ। ਉਸਨੇ ਚਾਰੇ ਪਾਸੇ ਦੇਖਦੇ ਹੋਏ ਆਪਣੇ ਆਪ ਨੂੰ ਬੜੀ ਆਰਾਮ ਦੇ ਨਾਲ ਕਿਹਾ ਤੇ ਉਹ ਸੌਣ ਦੀ ਤਿਆਰੀ ਕਰਨ ਲੱਗ ਪਿਆ। ਪਰ ਜਿਵੇਂ ਹੀ ਉਹਨੇ ਆਪਣਾ ਸਿਰ ਆਪਣੇ ਖੰਭਾਂ ਦੇ ਵਿੱਚ ਰੱਖਿਆ
ਤਾਂ ਇਹ ਪਾਣੀ ਦੀ ਇੱਕ ਵੱਡੀ ਸਾਰੀ ਬੂੰਦ ਉਹਦੇ ਉੱਪਰ ਆ ਕੇ ਡਿੱਗੀ। ਵਾਟ ਅ ਕਰੂਸ਼ੀਅਸ ਥਿੰਗ, ਕਹਿੰਦਾ ਕਿੰਨੀ ਅਜੀਬ ਗੱਲ ਹੈ। ਹੀ ਕਰਾਈਡ, ਉਹ ਬੋਲਿਆ ਆਪਣੇ ਆਪ ਨੂੰ। ਦੇਰ ਇਜ਼ ਨੋਟ ਅ ਸਿੰਗਲ ਕਲਾਊਡ ਇਨ ਦਾ ਸਕਾਈ, ਕਹਿੰਦਾ ਅਸਮਾਨ ਵਿੱਚ ਬੱਦਲ ਤਾਂ ਇੱਕ ਵੀ ਨਹੀਂ ਹੈ। ਦ ਸਟਾਰਸ ਆਰ ਕੁਆਇਟ ਕਲੀਅਰ ਐਂਡ ਬ੍ਰਾਈਟ, ਤਾਰੇ ਬਿਲਕੁਲ ਸਾਫ਼ ਤੇ ਚਮਕਦਾਰ ਨਜ਼ਰ ਆ ਰਹੇ ਹਨ। ਐਂਡ ਯੈਟ ਇਟ ਇਜ਼ ਰੇਨਿੰਗ, ਫਿਰ ਵੀ ਕਹਿੰਦਾ ਮੀਂਹ ਪੈ ਰਿਹਾ ਹੈ। ਦੈਨ ਅਨਦਰ ਡ੍ਰੌਪ ਫੈਲ, ਫਿਰ ਇੱਕ ਹੋਰ ਬੂੰਦ ਆ ਕੇ ਡਿੱਗੀ। ਵਟ ਇਜ਼ ਦ ਯੂਜ਼ ਆਫ ਆ ਸਟੈਚੂ ਇਫ ਇਟ ਕੈਨੋਟ ਕੀਪ ਦ ਰੇਨ ਆਫ, ਕਹਿੰਦਾ ਇੱਕ ਬੁੱਤ ਦਾ ਕੀ ਫਾਇਦਾ ਜੇ ਉਹ ਵਰਖਾ ਤੋਂ ਉਸ ਨੂੰ ਨਹੀਂ ਬਚਾ ਸਕਦਾ। ਹੀ ਸੈਡ, ਉਸਨੇ ਕਿਹਾ, ਆਈ ਮਸਟ ਲੁੱਕ ਫॉर ਅ ਗੁੱਡ ਚਿਮਨੀ ਪॉट, ਕਹਿੰਦਾ ਮੈਨੂੰ ਕਿਸੇ ਚੰਗੀ ਚਿਮਨੀ ਦੀ ਤਲਾਸ਼ ਕਰਨੀ ਚਾਹੀਦੀ ਹੈ, ਕੋਈ ਚਿਮਨੀ ਲੱਭਣੀ ਚਾਹੀਦੀ ਹੈ। ਐਂਡ ਹੀ ਡਿਟਰਮਿਨਡ ਟੂ ਫਲਾਈ ਅਵੇ, ਤੇ ਉਹਨੇ ਉੱਥੋਂ ਉੱਡ ਕੇ ਕਿਸੇ ਹੋਰ ਜਗ੍ਹਾ ਤੇ ਜਾਣ ਦਾ ਫੈਸਲਾ ਕਰ ਲਿਆ। ਬਟ ਬਿਫੋਰ ਹੀ ਹੈਡ ਓਪਨਡ ਹਿਜ਼ ਵਿੰਗਸ ਏ ਥਰਡ ਡ੍ਰੌਪ ਫੈਲ ਐਂਡ ਹੀ ਲੁਕਡ ਅਪ ਐਂਡ saw, what did he see? ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਖੰਭਾਂ ਨੂੰ ਖੋਲ੍ਹਦਾ, ਇੱਕ ਤੀਸਰੀ ਬੂੰਦ ਆ ਕੇ ਡਿੱਗੀ ਅਤੇ ਉਸਨੇ ਉੱਪਰ ਵੇਖਿਆ। ਉਸਨੇ ਕੀ ਵੇਖਿਆ? The eyes of the happy prince were filled with tears and tears were running down his golden cheeks. ਖੁਸ਼ ਰਾਜਕੁਮਾਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਤੇ ਹੰਝੂ ਉਸਦੇ ਸੁਨਹਿਰੇ ਗੱਲਾਂ ਤੋਂ ਹੇਠਾਂ ਵਗ ਰਹੇ ਸਨ। His face was so beautiful in the moonlight that the little swallow was filled with pity. ਉਸ ਚਾਂਦਨੀ ਰਾਤ ਦੇ ਵਿੱਚ ਜਿਹੜਾ ਰਾਜਕੁਮਾਰ ਸੀ ਉਹਦਾ ਚਿਹਰਾ ਇੰਨਾ ਵਧੀਆ ਲੱਗ ਰਿਹਾ ਸੀ ਕਿ ਛੋਟਾ ਆਵਾਬੀਲ ਦਇਆ ਨਾਲ ਭਰ ਗਿਆ। Who are you? he said. ਉਸਨੇ ਕਿਹਾ, ਤੁਸੀਂ ਕੌਣ ਹੋ? I am the happy prince. ਮੈਂ ਖੁਸ਼ ਰਾਜਕੁਮਾਰ ਹਾਂ। Why are you weeping then? ਫਿਰ ਤੁਸੀਂ ਰੋ ਕਿਉਂ ਰਹੇ ਹੋ? said the swallow. ਉਸ ਆਵਾਬੀਲ ਨੇ ਪੁੱਛਿਆ। You have quite drenched me. ਤੂੰ ਤਾਂ ਮੈਨੂੰ ਪੂਰੀ ਤਰ੍ਹਾਂ ਗਿੱਲਾ ਕਰ ਦਿੱਤਾ ਹੈ। When I was alive and had a human heart, answered the statue, I did not know what tears were. ਕਹਿੰਦਾ ਜਦੋਂ ਮੈਂ ਜਿਉਂਦਾ ਸੀ ਤੇ ਇੱਕ ਮਨੁੱਖ ਵਰਗਾ ਦਿਲ ਰੱਖਦਾ ਸੀ ਤਾਂ ਮੈਨੂੰ ਨਹੀਂ ਸੀ ਪਤਾ ਕਿ ਹੰਝੂ ਹੁੰਦੇ ਕੀ ਨੇ। ਇਹ ਗੱਲ ਬੁੱਤ ਨੇ ਕਹੀ। For I lived in the palace where sorrow is not allowed to enter. ਕਹਿੰਦਾ ਕਿਉਂਕਿ ਮੈਂ ਇੱਕ ਇਹੋ ਜਿਹੇ ਮਹਿਲ ਵਿੱਚ ਰਹਿ ਰਿਹਾ ਸੀ ਜਿੱਥੇ ਦੁੱਖ ਤਕਲੀਫ ਨੂੰ ਐਂਟਰ ਕਰਨ ਦੀ ਪਰਮਿਸ਼ਨ ਨਹੀਂ ਸੀ। ਉੱਥੇ ਦੁੱਖ ਤਕਲੀਫ ਬਿਲਕੁਲ ਨਹੀਂ ਸੀ। My courtiers called me the happy prince, and happy indeed I was. ਮੇਰੇ ਦਰਬਾਰੀ ਮੈਨੂੰ ਖੁਸ਼ ਰਾਜਕੁਮਾਰ ਕਹਿ ਕੇ ਬੁਲਾਇਆ ਕਰਦੇ ਸੀ ਤੇ ਮੈਂ ਅਸਲ ਵਿੱਚ ਹੀ ਖੁਸ਼ ਸੀ। So I lived and so I died. ਇਸੇ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਨੂੰ ਜੀ ਲਿਆ ਤੇ ਇਸੇ ਤਰ੍ਹਾਂ ਹੀ ਮੇਰੀ ਮੌਤ ਹੋ ਗਈ। And now that I am dead, they have set me up here so high that I can see the ugliness and all the misery of my city. And though my heart is made of lead, yet I cannot choose but weep. ਕਹਿੰਦਾ ਹੁਣ ਜਦੋਂ ਮੈਂ ਮਰ ਚੁੱਕਿਆ ਵਾਂ ਤਾਂ ਉਹਨਾਂ ਲੋਕਾਂ ਨੇ ਹੀ ਮੈਨੂੰ ਇੱਥੇ ਇੰਨੀ ਹਾਈਟ ਦੇ ਉੱਪਰ, ਇੰਨੀ ਉਚਾਈ ਦੇ ਉੱਪਰ ਖੜਾ ਕਰ ਦਿੱਤਾ ਹੈ ਕਿ ਮੈਂ ਇੱਥੇ ਖੜਾ ਹੋ ਕੇ ਆਪਣੇ ਸ਼ਹਿਰ ਦੀ ਜਿਹੜੀ ਦੁਰਦਸ਼ਾ ਵਾ, ਕਰੂਪਤਾ ਵਾ ਉਹ ਤੇ ਇਹਨਾਂ ਸਾਰੇ ਲੋਕਾਂ ਦੇ ਜਿਹੜੇ ਤਕਲੀਫਾਂ ਨੇ, ਦੁੱਖ ਨੇ, ਉਹਨਾਂ ਨੂੰ ਵੇਖ ਸਕਦਾ। ਭਾਵੇਂ ਕਹਿੰਦਾ ਮੇਰਾ ਦਿਲ ਸਿੱਕੇ ਦਾ ਬਣਿਆ ਹੋਇਆ ਵਾ ਪਰ ਮੈਂ ਰੋਏ ਤੋਂ ਬਿਨਾਂ ਰਹਿ ਨਹੀਂ ਸਕਦਾ। What? Is he not solid gold? ਕਹਿੰਦਾ ਕੀ ਇਹ ਠੋਸ ਸੋਨੇ ਦਾ ਨਹੀਂ ਹੈ? Said the swallow to himself. ਅਬਾਬੀਲ ਨੇ, ਉਸ ਪੰਛੀ ਨੇ ਆਪਣੇ ਆਪ ਨੂੰ ਕਿਹਾ। He was too polite to make any personal remark.
ਕਹਿੰਦਾ ਉਹ ਇੰਨਾ ਨਿਮਰ ਸੀ ਕਿ ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਵਿਅਕਤੀਗਤ ਟਿੱਪਣੀ ਨਹੀਂ ਸੀ ਕਰਨਾ ਚਾਹੁੰਦਾ। Number 3, far away. Continued the statue in a low musical voice. Far away, in a little street, there is a poor house. ਕਹਿੰਦਾ ਬਹੁਤ ਦੂਰ। ਉਸ ਬੁੱਤ ਨੇ ਹੌਲੀ ਦਿਨੇ ਆਪਣੀ ਮਿੱਠੀ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ। ਕਹਿੰਦਾ ਬਹੁਤ ਦੂਰ ਇੱਕ ਛੋਟੀ ਜਿਹੀ ਗਲੀ ਦੇ ਵਿੱਚ ਇੱਕ ਗਰੀਬ ਜਿਹਾ ਮਕਾਨ ਹੈ। One of the window is open and through it I can see a woman seated at a table. ਕਹਿੰਦਾ ਉਹਦੀ ਇੱਕ ਛੋਟੀ ਜਿਹੀ ਖਿੜਕੀ ਹੈ, ਉਹ ਖੁੱਲੀ ਹੋਈ ਹੈ ਤੇ ਉਸ ਵਿੱਚੋਂ ਮੈਂ ਵੇਖ ਸਕਦਾ ਕਿ ਇੱਕ ਟੇਬਲ ਦੇ ਕੋਲ, ਇੱਕ ਮੇਜ਼ ਦੇ ਕੋਲ ਇੱਕ ਲੇਡੀ, ਇੱਕ ਔਰਤ ਬੈਠੀ ਹੋਈ ਹੈ। Her face is thin and worn. ਉਹਦਾ ਜਿਹੜਾ ਚਿਹਰਾ ਹੈ ਉਹ ਪਤਲਾ ਜਿਹਾ ਹੈ ਅਤੇ ਉਹ ਥੱਕਿਆ ਹੋਇਆ ਹੈ। And she has coarse red hands all pricked by the needle, for she is a seamstress. ਕਹਿੰਦਾ ਉਹਦੇ ਹੱਥ ਹੈ ਜਿਹੜੇ ਉਹ ਖੁਰਦਰੇ ਹੋਏ ਪਏ ਆ, ਲਾਲ ਹੋਏ ਪਏ ਆ ਤੇ ਉਹਦੀਆਂ ਉਂਗਲਾਂ ਦੇ ਪੋਟੇ ਆ ਜਿਹੜੇ ਉਹ ਸੂਈ ਦੇ ਨਾਲ ਉਹਦੇ 'ਚ ਹੋਲ ਹੋਏ ਹੋਏ ਆ, ਗਲੀਆਂ ਹੋਈਆਂ ਵੀ ਆ, ਕਿਉਂਕਿ ਉਹ ਇੱਕ ਦਰਜਨ ਹੈ। She is embroidering flowers on a satin gown for the loveliest of the queen's maids of honor to wear at the next court ball. ਉਹ ਰਾਣੀ ਦੀਆਂ ਜਿਹੜੀਆਂ ਖਾਸ ਨੌਕਰਾਣੀਆਂ ਨੇ ਉਹਨਾਂ ਵਿੱਚੋਂ ਜਿਹੜੀ ਸਭ ਤੋਂ ਸੁੰਦਰ ਸੇਵਿਕਾ ਹੈਗੀ ਹੈ, ਉਹਦੇ ਲਈ ਇੱਕ ਸੈਟਿਨ ਦੇ ਗਾਊਨ ਦੇ ਉੱਪਰ ਫੁੱਲਾਂ ਦੀ ਜਿਹੜੀ ਹੈ ਕਢਾਈ ਉਹ ਕਰ ਰਹੀ ਹੈ, ਜਿਸ ਨੂੰ ਉਸਨੇ ਕਿਸੇ ਦਰਬਾਰੀ ਨਾਚ ਦੇ ਵਿੱਚ ਪਾਉਣਾ ਹੈ। In a bed in the corner of the room, her little boy is laying ill. ਕਮਰੇ ਦੇ ਇੱਕ ਖੂੰਜੇ ਦੇ ਵਿੱਚ ਇੱਕ ਮੰਜੇ ਦੇ ਉੱਪਰ ਉਹਦਾ ਇੱਕ ਛੋਟਾ ਲੜਕਾ ਜਿਹੜਾ ਕਿ ਬਿਮਾਰ ਹੈ ਉਹ ਪਿਆ ਹੈ। He has fever. ਉਸ ਨੂੰ ਬੁਖਾਰ ਹੈ and is asking his mother to give him oranges. ਅਤੇ ਉਹ ਆਪਣੀ ਮਦਰ ਨੂੰ, ਆਪਣੀ ਮਾਂ ਨੂੰ ਸੰਤਰਿਆਂ ਵਾਸਤੇ ਕਹਿ ਰਿਹਾ ਹੈ। His mother has nothing to give him but river water. So he is crying. ਉਸ ਦੀ ਮਦਰ ਕੋਲ, ਉਸ ਦੀ ਮਾਂ ਕੋਲ ਉਸ ਨੂੰ ਦੇਣ ਵਾਸਤੇ ਕੁਝ ਵੀ ਨਹੀਂ ਹੈ, ਸਿਰਫ ਪਾਣੀ ਤੋਂ ਇਲਾਵਾ, ਅਤੇ ਇਸ ਕਰਕੇ ਉਹ ਰੋ ਰਿਹਾ ਹੈ। ਸਵੈਲੋ, ਲਿਟਲ ਸਵੈਲੋ, ਅਬਾਬੀਲ, ਉਹ ਛੋਟੇ ਅਬਾਬੀਲ, ਵਿਲ ਯੂ ਨਾਟ ਬ੍ਰਿੰਗ ਹਰ ਦਾ ਰੂਬੀ ਆਊਟ ਆਫ ਮਾਈ ਸੋਡ ਹਿਲਟ। ਕਹਿੰਦਾ ਕਿ ਕੀ ਤੂੰ ਮੇਰੀ ਤਲਵਾਰ ਦੇ ਮੁੱਠੇ ਵਿੱਚੋਂ ਜਿਹੜਾ ਹੀਰਾ ਜੜਿਆ ਹੋਇਆ ਹੈ ਉਹ ਕੱਢ ਕੇ ਉਹਨੂੰ ਦੇ ਨਹੀਂ ਸਕਦਾ, ਉਹਨੂੰ ਦੇ ਕੇ ਆ ਨਹੀਂ ਸਕਦਾ। My feet are fastened to this pedestal and I can't move. ਕਹਿੰਦਾ ਜਿਹੜੇ ਮੇਰੇ ਪੈਰ ਨੇ ਉਹ ਇਸ ਪੱਥਰ ਦੇ ਉੱਪਰ, ਇਸ ਕਾਲਮ ਦੇ ਉੱਪਰ ਫਿਕਸ ਕੀਤੇ ਹੋਏ ਨੇ ਤੇ ਜਿਸ ਕਰਕੇ ਮੈਂ ਹਿੱਲ ਵੀ ਨਹੀਂ ਸਕਦਾ। I am waited for in Egypt. ਕਹਿੰਦਾ ਮੇਰਾ ਇਜਿਪਟ ਦੇ ਵਿੱਚ, ਮਿਸਰ ਦੇ ਵਿੱਚ ਇੰਤਜ਼ਾਰ ਹੋ ਰਿਹਾ ਹੈ। said the swallow. ਉਹ ਅਬਾਬੀਲ ਕਹਿਣ ਲੱਗਿਆ। My friends are flying up and down the Nile. ਕਹਿੰਦਾ ਨੀਲ ਨਦੀ ਦੇ ਉੱਪਰ ਮੇਰੇ ਜਿਹੜੇ ਦੋਸਤ ਮਿੱਤਰ ਨੇ, ਹੋਰ ਪੰਛੀ ਨੇ, ਉਹ ਉੱਪਰ ਥੱਲੇ ਉਡਾਰੀਆਂ ਮਾਰ ਰਹੇ ਨੇ। and talking to the lotus flowers. ਅਤੇ ਉਹ ਜਿਹੜੇ ਕਮਲ ਦੇ ਫੁੱਲ ਹੈ ਉਹਨਾਂ ਨਾਲ ਉਹ ਗੱਲਾਂ ਬਾਤਾਂ ਕਰ ਰਹੇ ਨੇ। soon they will go to sleep. ਜਲਦੀ ਹੀ ਉਹ ਸੌਣ ਵਾਸਤੇ ਚਲੇ ਜਾਣਗੇ। The prince asked the swallow to stay with him for one night and be his messenger. ਰਾਜਕੁਮਾਰ ਨੇ ਅਬਾਬੀਲ ਨੂੰ ਕਿਹਾ ਕਿ ਉਹ ਉਸ ਦੇ ਨਾਲ ਇੱਕ ਰਾਤ ਠਹਿਰ ਜਾਵੇ ਤੇ ਉਹਦਾ ਮੈਸੇਂਜਰ ਬਣ ਜਾਵੇ, ਉਹਦਾ ਦੂਤ ਬਣ ਜਾਵੇ। The boy is so thirsty and the mother so sad.
ਹੀ ਸੈਡ। ਉਹ ਕਹਿਣ ਲੱਗਿਆ ਕਿ ਉਹ ਜਿਹੜਾ ਲੜਕਾ ਹੈ ਉਹ ਬੜਾ ਪਿਆਸਾ ਹੈ ਤੇ ਜਿਹੜੀ ਉਹਦੀ ਮਦਰ ਹੈ ਉਹ ਬਹੁਤ ਜ਼ਿਆਦਾ ਉਦਾਸ ਹੈ। I don't think I like boys, answered the swallow. I want to go to Egypt. ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਮੁੰਡੇ ਪਸੰਦ ਨੇ। ਇਹ ਗੱਲ ਅਬਾਬੀਲ ਨੇ ਕਹੀ। ਅਬਾਬੀਲ ਨੇ ਉੱਤਰ ਦਿੱਤਾ, ਕਹਿੰਦਾ ਮੈਂ ਤਾਂ ਮਿਸਰ ਜਾਣਾ ਚਾਹੁੰਦਾ। But the happy prince looked so sad that the little swallow was sorry. ਪਰ ਜਿਹੜਾ ਹੈਪੀ ਪ੍ਰਿੰਸ ਸੀਗਾ, ਉਹ ਖੁਸ਼ ਰਾਜਕੁਮਾਰ ਸੀ, ਉਹ ਇੰਨਾ ਦੁਖੀ ਲੱਗ ਰਿਹਾ ਸੀ ਕਿ ਛੋਟੇ ਅਬਾਬੀਲ ਨੂੰ, ਉਸ ਪੰਛੀ ਨੂੰ ਉਹਦੇ ਉੱਪਰ ਦਇਆ ਆਉਣ ਲੱਗ ਪਈ। ਇਟ ਇਜ਼ ਵੈਰੀ ਕੋਲਡ ਹੀਅਰ। ਕਹਿੰਦਾ ਬਹੁਤ ਠੰਡ ਹੈ ਇੱਥੇ। ਹੀ ਸੈਡ, ਉਸਨੇ ਕਿਹਾ, ਬਟ ਹੀ ਐਗਰੀਡ ਟੂ ਸਟੇ ਵਿਦ ਹਿਮ ਫॉर 1 ਨਾਈਟ ਐਂਡ ਬੀ ਹਿਜ਼ ਮੈਸੇਂਜਰ। ਅਤੇ ਉਹਨੇ ਉੱਥੇ ਉਹਦੇ ਨਾਲ ਇੱਕ ਰਾਤ ਰਹਿਣ ਦਾ ਫੈਸਲਾ ਕਰ ਲਿਆ ਅਤੇ ਇਹ ਵੀ ਫੈਸਲਾ ਕਰ ਲਿਆ ਕਿ ਉਹ ਉਹਦਾ ਦੂਤ ਬਣ ਜਾਵੇਗਾ। ਥੈਂਕ ਯੂ ਲਿਟਲ ਸਵੈਲੋ, ਸੈਡ ਦਾ ਪ੍ਰਿੰਸ। ਉਸ ਖੁਸ਼ ਰਾਜਕੁਮਾਰ ਨੇ ਕਿਹਾ, ਇਹ ਛੋਟੇ ਪੰਛੀ ਅਬਾਬੀਲ, ਤੇਰਾ ਬਹੁਤ ਬਹੁਤ ਧੰਨਵਾਦ। The swallow picked out the great ruby from the prince's sword and flew away with it in his beak over the roofs of the town. ਅਬਾਬੀਲ ਨੇ ਉਸ ਰਾਜਕੁਮਾਰ ਦੀ ਤਲਵਾਰ ਦੇ ਵਿੱਚੋਂ ਹੀਰਾ ਕੱਢਿਆ ਤੇ ਇਹਨੂੰ ਆਪਣੀ ਚੁੰਝ ਵਿੱਚ ਫੜ ਕੇ ਉਸ ਸ਼ਹਿਰ ਦੀਆਂ ਛੱਤਾਂ ਦੇ ਉੱਪਰ ਦੀ ਉੱਡਦਾ ਹੋਇਆ ਅੱਗੇ ਵਧ ਗਿਆ। ਇਹ ਸੀਗਾ ਸਾਡੇ ਲੈਸਨ ਦਾ ਹੈਪੀ ਪ੍ਰਿੰਸ ਦਾ ਇੱਕ ਛੋਟਾ ਜਿਹਾ ਹਿੱਸਾ। ਇਸ ਤੋਂ ਅੱਗੇ ਅਸੀਂ ਇਹਦਾ ਸੈਕਿੰਡ ਪਾਰਟ ਕਰਾਂਗੇ। That's all for the day. Have a nice time. Thank you all. Thank you very much.